हाँ जी बच्चों, ਅੱਜ ਅਸੀਂ ਪਾਠ ਚੌਥਾ ਕਾਰਬਨ ਅਤੇ ਇਸ ਦੇ ਯੌਗਿਕ ਕਰਾਂਗੇ। ਜਿਵੇਂ ਕਿ ਪਾਠ ਦਾ ਨਾਮ ਹੈ ਕਾਰਬਨ ਅਤੇ ਇਸ ਦੇ ਯੌਗਿਕ। ਸਭ ਤੋਂ ਪਹਿਲਾਂ ਅਸੀਂ ਕਾਰਬਨ ਬਾਰੇ ਪੜ੍ਹਾਂਗੇ। ਕਾਰਬਨ ਇੱਕ ਅਧਾਤ ਹੈ। ਇਸ ਦਾ ਪਰਮਾਣੂ ਅੰਕ 6 ਹੁੰਦਾ ਹੈ। ਪਰਮਾਣੂ ਅੰਕ 6 ਦਾ ਮਤਲਬ ਹੈ ਕਿ ਇਸ ਵਿੱਚ 6 ਇਲੈਕਟ੍ਰੋਨ ਅਤੇ 6 ਪ੍ਰੋਟੋਨ ਹੋਣਗੇ। ਸਾਰੇ ਬੱਚੇ ਚਿੱਤਰ ਵੱਲ ਧਿਆਨ ਨਾਲ ਦੇਖੋ। ਤੁਸੀਂ ਦੇਖ ਸਕਦੇ ਹੋ ਕਿ ਕਾਰਬਨ ਦੀ ਪਹਿਲੀ ਸ਼ੈੱਲ ਵਿੱਚ 2 ਅਤੇ ਦੂਜੀ ਸ਼ੈੱਲ ਵਿੱਚ 4 ਇਲੈਕਟ੍ਰੋਨ ਹਨ। 9ਵੀਂ ਸ਼੍ਰੇਣੀ ਵਿੱਚ ਅਸੀਂ ਵੱਖ-ਵੱਖ ਤੱਤਾਂ ਦੀ ਸੰਯੋਜਨ ਸਮਰੱਥਾ ਬਾਰੇ ਪੜ੍ਹਿਆ ਹੈ ਅਤੇ ਜਾਣਿਆ ਹੈ ਕਿ ਇਹ ਕਿਵੇਂ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਉੱਤੇ ਨਿਰਭਰ ਕਰਦੇ ਹਨ। ਹੁਣ ਦੇਖੋ, ਕਾਰਬਨ ਦੀਆਂ 2 ਹੀ ਸ਼ੈੱਲਾਂ ਹਨ। ਇਸ ਦਾ ਮਤਲਬ ਹੈ ਕਿ ਇਸ ਦੀ ਬਾਹਰੀ ਸ਼ੈੱਲ ਵਿੱਚ ਕੇਵਲ 4 ਇਲੈਕਟ੍ਰੋਨ ਹਨ, ਜਿਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਾਰਬਨ ਵਿੱਚ 4 ਸੰਯੋਜਕ ਇਲੈਕਟ੍ਰੋਨ ਹੋਣਗੇ। ਹੁਣ ਅਸੀਂ ਪੜ੍ਹਾਂਗੇ ਕਾਰਬਨ ਕਿਸ ਕਿਸਮ ਦਾ ਬੰਧਨ ਬਣਾਉਂਦਾ ਹੈ। ਕਾਰਬਨ ਦੀ ਬਾਹਰੀ ਸ਼ੈੱਲ ਵਿੱਚ 4 ਇਲੈਕਟ੍ਰੋਨ ਹਨ। ਇਸ ਦਾ ਮਤਲਬ ਹੈ ਕਿ ਜਾਂ ਤਾਂ ਕਾਰਬਨ 4 ਇਲੈਕਟ੍ਰੋਨਾਂ ਨੂੰ ਪ੍ਰਾਪਤ ਕਰ ਸਕਦਾ ਹੈ ਜਾਂ 4 ਇਲੈਕਟ੍ਰੋਨਾਂ ਨੂੰ ਗਵਾ ਸਕਦਾ ਹੈ। ਜੇਕਰ ਕਾਰਬਨ 4 ਇਲੈਕਟ੍ਰੋਨ ਪ੍ਰਾਪਤ ਕਰਦਾ ਹੈ ਤਾਂ ਉਹ C- ਆਇਨ ਬਣਾ ਸਕਦਾ ਹੈ, ਪਰ 6 ਪ੍ਰੋਟੋਨ ਵਾਲੇ ਨਿਊਕਲੀਅਸ ਲਈ 10 ਇਲੈਕਟ੍ਰੋਨ ਭਾਵ 4 ਵਾਧੂ ਇਲੈਕਟ੍ਰੋਨਾਂ ਨੂੰ ਸਾਂਭਣਾ ਔਖਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਕਾਰਬਨ 4 ਇਲੈਕਟ੍ਰੋਨ ਪ੍ਰਾਪਤ ਨਹੀਂ ਕਰ ਸਕਦਾ। ਹੁਣ ਦੂਸਰੇ ਪਾਸੇ ਜੇਕਰ ਕਾਰਬਨ 4 ਇਲੈਕਟ੍ਰੋਨ ਗਵਾ ਦਿੰਦਾ ਹੈ ਤਾਂ ਉਹ C4+ ਧਨ ਆਇਨ ਬਣਾ ਸਕਦਾ ਹੈ, ਪਰ ਇਲੈਕਟ੍ਰੋਨਾਂ ਨੂੰ ਗਵਾ ਕੇ 6 ਪ੍ਰੋਟੋਨਾਂ ਵਾਲੇ ਨਿਊਕਲੀਅਸ ਲਈ 2 ਇਲੈਕਟ੍ਰੋਨਾਂ ਵਾਲੇ ਕਾਰਬਨ ਧਨ ਆਇਨ ਬਣਾਉਣ ਲਈ ਕਾਫੀ ਊਰਜਾ ਦੀ ਲੋੜ ਹੁੰਦੀ ਹੈ, ਜੋ ਕਿ ਅਸੰਭਵ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਾਰਬਨ ਇਲੈਕਟ੍ਰੋਨਾਂ ਨੂੰ ਸਾਂਝਾ ਕਰਕੇ ਇਸ ਸਮੱਸਿਆ ਦਾ ਹੱਲ ਕਰ ਸਕਦਾ ਹੈ। ਕਾਰਬਨ ਦਾ ਇੱਕ ਪਰਮਾਣੂ ਜਦੋਂ ਦੂਸਰੇ ਪਰਮਾਣੂ ਨਾਲ ਜੁੜਦਾ ਹੈ ਤਾਂ ਉਹ ਸਹਿਸੰਯੋਜਕ ਬੰਧਨ ਬਣਾਉਂਦਾ ਹੈ। ਸਹਿਸੰਯੋਜਕ ਬੰਧਨ ਉਹ ਬੰਧਨ ਹੁੰਦਾ ਹੈ ਜਿਸ ਵਿੱਚ ਇਲੈਕਟ੍ਰੋਨਾਂ ਦੀ ਸ਼ੇਅਰਿੰਗ ਹੁੰਦੀ ਹੈ। ਇਸ ਵਿੱਚ ਨਾ ਤਾਂ ਉਹ ਆਪਣੇ ਇਲੈਕਟ੍ਰੋਨ ਗਵਾਉਂਦੇ ਹਨ ਅਤੇ ਨਾ ਹੀ ਪ੍ਰਾਪਤ ਕਰਦੇ ਹਨ। ਇਸ ਨੂੰ ਅਸੀਂ ਠੋਸ ਬੌਂਡ ਵੀ ਕਹਿੰਦੇ ਹਨ। ਠੋਸ ਬੌਂਡ 3 ਤਰ੍ਹਾਂ ਦੇ ਹੁੰਦੇ ਹਨ: ਸਿੰਗਲ ਬੌਂਡ, ਡਬਲ ਬੌਂਡ ਅਤੇ ਟ੍ਰਿਪਲ ਬੌਂਡ। ਸਿੰਗਲ ਬੌਂਡ ਹੁੰਦਾ ਹੈ ਜਦੋਂ ਇੱਕ ਐਟਮ ਆਪਣਾ ਇੱਕ ਹੀ ਇਲੈਕਟ੍ਰੋਨ ਸ਼ੇਅਰ ਕਰਦਾ ਹੈ ਤਾਂ ਉਹਨਾਂ ਦੇ ਵਿੱਚ ਸਿੰਗਲ ਬੌਂਡ ਬਣਦਾ ਹੈ। ਜਿਵੇਂ ਕਿ ਹਾਈਡਰੋਜਨ ਦੀ ਬਾਹਰਲੀ ਸ਼ੈੱਲ ਵਿੱਚ ਕੇਵਲ ਇੱਕ ਇਲੈਕਟ੍ਰੋਨ ਹੁੰਦਾ ਹੈ। ਜਦੋਂ ਇੱਕ ਹਾਈਡਰੋਜਨ ਦੂਜੇ ਹਾਈਡਰੋਜਨ ਨਾਲ ਆਪਣੇ ਇਲੈਕਟ੍ਰੋਨ ਸ਼ੇਅਰ ਕਰਦੇ ਹਨ ਤਾਂ ਉਹਨਾਂ ਦੀ ਬਾਹਰੀ ਸ਼ੈੱਲ ਵਿੱਚ 2-2 ਇਲੈਕਟ੍ਰੋਨ ਹੋ ਜਾਂਦੇ ਹਨ। ਇਸੇ ਤਰ੍ਹਾਂ ਡਬਲ ਬੌਂਡ ਉਹ ਬੌਂਡ ਹੁੰਦਾ ਹੈ ਜਿਸ ਵਿੱਚ 2 ਇਲੈਕਟ੍ਰੋਨ ਸ਼ੇਅਰ ਕੀਤੇ ਜਾਂਦੇ ਹਨ। ਜਿਵੇਂ ਕਿ ਆਕਸੀਜਨ ਦੀ ਬਾਹਰੀ ਸ਼ੈੱਲ ਵਿੱਚ 6 ਇਲੈਕਟ੍ਰੋਨ ਹੁੰਦੇ ਹਨ। 6 ਇਲੈਕਟ੍ਰੋਨ ਹੁੰਦੇ ਹਨ। ਹੁਣ 6 ਇਲੈਕਟ੍ਰੋਨ ਨੂੰ ਅਸੀਂ 8 ਇਲੈਕਟ੍ਰੋਨਾਂ ਵਿੱਚ ਬਣਾਉਣਾ ਹੁੰਦਾ ਹੈ। 8 ਇਲੈਕਟ੍ਰੋਨ ਬਣਾਉਣ ਵਾਸਤੇ ਆਕਸੀਜਨ ਜਦੋਂ ਦੂਸਰੀ ਆਕਸੀਜਨ ਨਾਲ ਜੁੜਦਾ ਹੈ ਤਾਂ 2 ਇਲੈਕਟ੍ਰੋਨ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਹਨ, ਜਿਹਦੇ ਨਾਲ ਇਹਨਾਂ ਦੀ ਸ਼ੈੱਲ ਦੇ ਵਿੱਚ 8-8 ਇਲੈਕਟ੍ਰੋਨ ਹੋ ਜਾਂਦੇ ਹਨ। ਇਸੇ ਤਰ੍ਹਾਂ ਨਾਈਟ੍ਰੋਜਨ ਦੀ ਬਾਹਰੀ ਸ਼ੈੱਲ ਵਿੱਚ
5 ਇਲੈਕਟ੍ਰੋਨ ਹੁੰਦੇ ਹਨ ਜੋ ਕਿ ਸਾਨੂੰ ਇੱਕ ਨੋਬਲ ਗੈਸ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇ ਬਰਾਬਰ ਚਾਹੀਦੇ ਹੁੰਦੇ ਹਨ, ਜਿੱਥੇ ਉਹਨਾਂ ਦੀ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਹੁੰਦੇ ਹਨ। ਹੁਣ ਦੇਖੋ ਇੱਥੇ ਸਾਡੇ ਕੋਲ ਨਾਈਟ੍ਰੋਜਨ ਦੇ ਵਿੱਚ 5 ਇਲੈਕਟ੍ਰੋਨ ਹਨ, ਸਾਨੂੰ ਪੂਰੇ ਕਿੰਨੇ ਚਾਹੀਦੇ ਨੇ? 8 ਇਲੈਕਟ੍ਰੋਨ। ਇਹਦੇ ਵਿੱਚ ਇਹ ਕੀ ਕਰਦੇ ਨੇ? 3 ਇਲੈਕਟ੍ਰੋਨ ਜਿਹੜੇ ਹੁੰਦੇ ਨੇ 3 ਇਲੈਕਟ੍ਰੋਨ ਆਪਸ ਵਿੱਚ ਸ਼ੇਅਰ ਕਰਦੇ ਹਨ। ਮਤਲਬ ਜਿਹੜਾ ਨਾਈਟ੍ਰੋਜਨ ਹੁੰਦਾ ਆ ਉਹ 3 ਇਲੈਕਟ੍ਰੋਨ ਦੂਸਰੇ ਨਾਈਟ੍ਰੋਜਨ ਨਾਲ ਸ਼ੇਅਰ ਕਰਦਾ ਹੈ, ਜਿਹਦੇ ਨਾਲ ਇਹਦੇ ਵਿੱਚ ਟ੍ਰਿਪਲ ਬੌਂਡ ਬਣ ਜਾਂਦਾ ਹੈ। ਇਸ ਤਰ੍ਹਾਂ ਅਸੀਂ ਵੇਖਿਆ ਕਿ ਕੋਵਲੈਂਟ ਬੌਂਡ ਜਿਹੜੇ ਹੁੰਦੇ ਹਨ ਇਲੈਕਟ੍ਰੋਨਾਂ ਦੀ ਸ਼ੇਅਰਿੰਗ ਕਰਕੇ ਬਣਦੇ ਹਨ। ਇਹ 3 ਤਰ੍ਹਾਂ ਦੇ ਹੁੰਦੇ ਹਨ। ਇੱਕ ਹੈਗੇ ਨੇ ਸਾਡੇ ਕੋਲ ਸਿੰਗਲ ਬੌਂਡ, ਡਬਲ ਬੌਂਡ ਤੇ ਟ੍ਰਿਪਲ ਬੌਂਡ। ਹੁਣ ਦੇਖੋ ਅਸੀਂ ਮਿਥੇਨ ਬਾਰੇ ਪੜ੍ਹਾਂਗੇ। ਮਿਥੇਨ ਦਾ ਰਸਾਇਣਿਕ ਫਾਰਮੂਲਾ ਹੁੰਦਾ ਹੈ CH4। ਹਾਈਡਰੋਜਨ ਦੀ ਸੰਯੋਗਤਾ 1 ਹੈ, ਮਤਲਬ ਹਾਈਡਰੋਜਨ ਦੀ ਬਾਹਰੀ ਸ਼ੈੱਲ ਵਿੱਚ 1 ਇਲੈਕਟ੍ਰੋਨ ਹੁੰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਕਾਰਬਨ ਦੀ ਬਾਹਰੀ ਸ਼ੈੱਲ ਵਿੱਚ 4 ਇਲੈਕਟ੍ਰੋਨ ਹੁੰਦੇ ਹਨ। ਇਸ ਲਈ ਇੱਕ ਕਾਰਬਨ ਆਪਣੇ ਨਾਲ 4 ਹਾਈਡਰੋਜਨਾਂ ਦੇ ਇਲੈਕਟ੍ਰੋਨ ਸ਼ੇਅਰ ਕਰੇਗਾ ਤੇ ਉਸ ਦੇ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਹੋ ਜਾਣਗੇ। ਚਿੱਤਰ ਵੱਲ ਧਿਆਨ ਨਾਲ ਦੇਖੋ। ਕਾਰਬਨ ਦੇ ਆਲੇ ਦੁਆਲੇ ਅਸੀਂ ਕਾਂਟੇ ਬਣਾਏ ਹਨ। ਇਹ ਸਾਨੂੰ ਸੰਕੇਤ ਦਿੰਦੇ ਹਨ ਕਿ ਇਹ ਕਾਰਬਨ ਦੇ ਇਲੈਕਟ੍ਰੋਨ ਹਨ, ਬਾਹਰੀ ਸ਼ੈੱਲ ਵਾਲੇ ਇਲੈਕਟ੍ਰੋਨ। ਹੁਣ ਹਾਈਡਰੋਜਨ ਦੀ ਬਾਹਰੀ ਸ਼ੈੱਲ ਵਿੱਚ ਕੇਵਲ 1 ਇਲੈਕਟ੍ਰੋਨ ਹੁੰਦਾ ਹੈ। ਤੁਸੀਂ ਚਿੱਤਰ ਵਿੱਚ ਦੇਖੋ ਕਿ ਬਿੰਦੂ ਬਣਿਆ ਹੋਇਆ ਹੈ। ਇਹ ਬਿੰਦੂ ਹਾਈਡਰੋਜਨ ਦੀ ਬਾਹਰੀ ਸ਼ੈੱਲ ਵਾਲਾ ਇਲੈਕਟ੍ਰੋਨ ਦਰਸਾ ਰਿਹਾ ਹੈ। ਕਾਰਬਨ ਨੂੰ ਆਪਣੀ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਚਾਹੀਦੇ ਹਨ, ਪਰ ਇਹਦੇ ਕੋਲ ਸਿਰਫ 4 ਇਲੈਕਟ੍ਰੋਨ ਹਨ, ਜਿਸ ਦੇ ਕਾਰਨ ਇਹ ਹਾਈਡਰੋਜਨ ਦਾ ਇਲੈਕਟ੍ਰੋਨ ਸ਼ੇਅਰ ਕਰਦਾ ਹੈ, ਪਰ ਹਾਈਡਰੋਜਨ ਕੋਲੋਂ ਸਿਰਫ 1 ਇਲੈਕਟ੍ਰੋਨ ਹਨ। ਇਸ ਕਰਕੇ 4 ਹਾਈਡਰੋਜਨ ਜਦੋਂ ਕਾਰਬਨ ਦੇ ਨਾਲ ਜੁੜਦੀਆਂ ਹਨ ਤਾਂ ਕਾਰਬਨ ਦੀ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਹੋ ਜਾਂਦੇ ਹਨ। ਮੀਨਸ ਕਿ ਉਹ ਆਪਣੀ ਆਊਟਰ ਸ਼ੈੱਲ ਜਿਹੜੀ ਹੁੰਦੀ ਆ ਉਹਦੇ ਵਿੱਚ ਕੌਨਫੀਗਰੇਸ਼ਨ ਨੂੰ ਕੰਪਲੀਟ ਕਰ ਲੈਂਦਾ ਹੈ। ਅਤੇ ਅਸੀਂ ਦੇਖ ਸਕਦੇ ਹਾਂ ਕਿ ਮਿਥੇਨ ਦੇ ਵਿੱਚ ਜਿਹੜਾ ਕਾਰਬਨ ਤੇ ਹਾਈਡਰੋਜਨ ਦੇ ਵਿੱਚ ਇੱਕ ਬੌਂਡ ਬਣਦਾ ਹੈ ਉਹ ਕੋਵਲੈਂਟ ਬੌਂਡ ਹੁੰਦਾ ਹੈ ਅਤੇ ਸਿੰਗਲ ਬੌਂਡ ਹੀ ਬਣਦਾ ਹੈ, ਕਿਉਂਕਿ ਕਾਰਬਨ ਜਿਹੜਾ ਹੁੰਦਾ ਹੈ ਇੱਕ ਹੀ ਹਾਈਡਰੋਜਨ ਦਾ ਇਲੈਕਟ੍ਰੋਨ ਆਪਣੇ ਨਾਲ ਸ਼ੇਅਰ ਕਰਦਾ ਹੈ। ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ ਕਿ ਕਾਰਬਨ ਕੋਵਲੈਂਟ ਬੌਂਡ ਬਣਾਉਂਦਾ ਹੈ। ਇਹ ਸਿੰਗਲ ਬੌਂਡ ਵੀ ਬਣਾ ਸਕਦਾ ਹੈ, ਡਬਲ ਬੌਂਡ ਵੀ ਅਤੇ ਟ੍ਰਿਪਲ ਬੌਂਡ ਵੀ ਬਣਾਉਂਦਾ ਹੈ। ਕਾਰਬਨ ਦੇ ਵਿੱਚ ਅਸੀਂ 2 ਹੋਰ ਕਾਰਕ ਵੇਖ ਸਕਦੇ ਹਾਂ। ਸਭ ਤੋਂ ਪਹਿਲਾਂ ਹੁਣ ਅਸੀਂ ਪੜ੍ਹਾਂਗੇ ਲੜੀ ਬੰਧਨ, ਜਿਸ ਨੂੰ ਅਸੀਂ ਕੈਟੀਨੇਸ਼ਨ ਵੀ ਬੋਲਦੇ ਹਾਂ। ਲੜੀ ਬੰਧਨ, ਜਿਵੇਂ ਕਿ ਨਾਮ ਤੋਂ ਹੀ ਸਮਝ ਆ ਰਹੀ ਹੈ, ਲੜੀ ਮਤਲਬ ਹੁੰਦੀ ਹੈ ਕਿ ਇੱਕ ਸੀਰੀਜ਼ ਬਣਾਉਣਾ, ਕਿ ਕਾਰਬਨ ਵਿੱਚ ਇਹ ਸਮਰੱਥਾ ਹੈ ਕਿ ਕਾਰਬਨ ਦੂਸਰੇ ਕਾਰਬਨ ਨਾਲ ਕੋਵਲੈਂਟ ਬੌਂਡ ਬਣਾ ਕੇ ਇੱਕ ਲੜੀ ਬਣਾ ਦਿੰਦਾ ਹੈ। ਇਸ ਸਮਰੱਥਾ ਨੂੰ ਲੜੀ ਬੰਧਨ ਕਹਿੰਦੇ ਹਾਂ। ਕਾਰਬਨ ਬੰਦ ਲੜੀਆਂ ਵੀ ਬਣਾ ਸਕਦਾ ਹੈ, ਜਿਵੇਂ ਕਿ ਬੈਂਜ਼ੀਨ। ਅਸੀਂ ਅੱਗੇ ਇਸ ਪਾਠ ਵਿੱਚ ਪੜ੍ਹਾਂਗੇ ਕਿ ਉਹ ਇੱਕ ਬੰਦ ਲੜੀਆਂ ਵੀ ਬਣਾ ਸਕਦਾ ਹੈ। ਜਿਵੇਂ ਅਸੀਂ ਪੜ੍ਹ ਚੁੱਕੇ ਹਾਂ ਕਿ ਕਾਰਬਨ ਸਿਰਫ ਸਿੰਗਲ ਬੌਂਡ ਦੇ ਨਾਲ ਨਹੀਂ, ਡਬਲ ਅਤੇ ਟ੍ਰਿਪਲ ਬੌਂਡ ਦੇ ਨਾਲ ਵੀ ਆਪਸ ਵਿੱਚ ਜੁੜਦੇ ਹਨ। ਇਸ ਤਰ੍ਹਾਂ ਨਾਲ ਅਸੀਂ 2 ਤਰ੍ਹਾਂ ਦੇ ਕਾਰਬਨ ਯੌਗਿਕ ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਸੰਤ੍ਰਿਪਤ ਕਾਰਬਨ ਯੌਗਿਕ ਨੂੰ ਅਸੀਂ ਸੈਚੂਰੇਟਿਡ ਕਾਰਬਨ ਕੰਪਾਊਂਡਸ ਵੀ ਕਹਿੰਦੇ ਹਾਂ। ਸੰਤ੍ਰਿਪਤ ਕਾਰਬਨ ਯੌਗਿਕ ਉਹ ਕਾਰਬਨ ਦੇ ਯੌਗਿਕ ਹਨ ਜਿਨ੍ਹਾਂ ਵਿੱਚ ਕਾਰਬਨ ਦੇ ਵਿੱਚ ਸਿੰਗਲ ਬੌਂਡ ਹੁੰਦਾ ਹੈ। ਸਾਰੇ ਬੱਚੇ ਧਿਆਨ ਨਾਲ ਉਦਾਹਰਨ ਦੇਖੋ ਇਥੇਨ ਦਾ ਰਸਾਇਣਿਕ ਸੂਤਰ ਹੁੰਦਾ ਹੈ C2H6, ਮਤਲਬ ਕਾਰਬਨ ਦੇ 2 ਐਟਮ ਅਤੇ ਹਾਈਡਰੋਜਨ ਦੇ 6 ਐਟਮ।
ਹੁਣ ਤੁਸੀਂ ਦਿੱਤੇ ਗਏ ਉਦਾਹਰਨ ਵਿੱਚ ਵੇਖ ਸਕਦੇ ਹੋ ਕਿ ਕਾਰਬਨ ਦੇ ਵਿੱਚ ਸਿੰਗਲ ਬੌਂਡ ਹੈ ਅਤੇ ਉਸ ਦੇ ਇੱਕ ਕਾਰਬਨ ਦੇ ਨਾਲ 3 ਹਾਈਡਰੋਜਨ ਜੁੜੀਆਂ ਹਨ। ਇਸ ਵਿੱਚ ਕਿਤੇ ਵੀ ਡਬਲ ਬੌਂਡ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸੰਤ੍ਰਿਪਤ ਕਾਰਬਨ ਯੌਗਿਕ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਾਰਬਨ ਯੌਗਿਕਾਂ ਦੇ ਵਿੱਚ ਸਿੰਗਲ ਬੌਂਡ ਹੁੰਦਾ ਹੈ ਉਹਨਾਂ ਨੂੰ ਸੰਤ੍ਰਿਪਤ ਕਾਰਬਨ ਯੌਗਿਕ ਕਹਿੰਦੇ ਹਾਂ। ਇਸ ਤੋਂ ਬਾਅਦ ਅਗਲੀ ਕੈਟਾਗਰੀ ਆਉਂਦੀ ਹੈ ਅਸੰਤ੍ਰਿਪਤ ਕਾਰਬਨ ਯੌਗਿਕ। ਅਸੰਤ੍ਰਿਪਤ ਕਾਰਬਨ ਯੌਗਿਕ ਸੰਤ੍ਰਿਪਤ ਕਾਰਬਨ ਯੌਗਿਕਾਂ ਤੋਂ ਅਲੱਗ ਹਨ। ਜਿਵੇਂ ਕਿ ਸੰਤ੍ਰਿਪਤ ਕਾਰਬਨ ਯੌਗਿਕਾਂ ਵਿੱਚ ਸਿੰਗਲ ਬੌਂਡ ਹੁੰਦਾ ਹੈ, ਅਸੰਤ੍ਰਿਪਤ ਕਾਰਬਨ ਯੌਗਿਕਾਂ ਦੇ ਵਿੱਚ ਕਾਰਬਨ ਦੇ ਵਿੱਚ ਜਾਂ ਤਾਂ ਡਬਲ ਬੌਂਡ ਹੋਏਗਾ ਤੇ ਜਾਂ ਤਿਹਰਾ ਬੌਂਡ ਹੋਏਗਾ, ਜਾਂ ਦੋਹਰਾ ਬੌਂਡ ਜਾਂ ਤਿਹਰਾ ਬੌਂਡ ਮੀਨਸ ਡਬਲ ਬੌਂਡ ਜਾਂ ਟ੍ਰਿਪਲ ਬੌਂਡ। ਇਸ ਤਰ੍ਹਾਂ ਦੇ ਯੌਗਿਕਾਂ ਨੂੰ ਅਸੀਂ ਅਸੰਤ੍ਰਿਪਤ ਯੌਗਿਕ ਕਹਾਂਗੇ। ਦਿੱਤੇ ਗਏ ਟੇਬਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਾਰਬਨ ਯੌਗਿਕਾਂ ਦੇ ਨਾਮ, ਉਹਨਾਂ ਦੇ ਸੂਤਰ ਅਤੇ ਰਚਨਾ। ਜਿਵੇਂ ਕਿ ਸਭ ਤੋਂ ਪਹਿਲਾਂ ਹੈ ਮੀਥੇਨ। ਮੀਥੇਨ ਦਾ ਆਮ ਸੂਤਰ ਹੈਗਾ ਸਾਡੇ ਕੋਲ CH4। ਇਸ ਵਿੱਚ ਸਿਰਫ ਇੱਕ ਕਾਰਬਨ ਹੁੰਦੀ ਹੈ। ਫਿਰ ਹੈਗਾ ਈਥੇਨ। ਈਥੇਨ ਦੇ ਵਿੱਚ ਸਾਡੇ ਕੋਲ 2 ਕਾਰਬਨ ਦੇ ਪਰਮਾਣੂ ਹੁੰਦੇ ਹਨ, ਜਿਸ ਤਰ੍ਹਾਂ ਕਿ C2H6। ਉਸ ਤੋਂ ਅਗਲਾ ਹੈਗਾ ਪ੍ਰੋਪੇਨ। ਪ੍ਰੋਪੇਨ ਦੇ ਵਿੱਚ 3 ਕਾਰਬਨ ਲੱਗਦੇ ਹਨ। ਨੈਕਸਟ ਹੈਗਾ ਬਿਊਟੇਨ। ਬਿਊਟੇਨ ਦੇ ਵਿੱਚ 4 ਕਾਰਬਨ ਹੁੰਦੇ ਹਨ। ਪੈਂਟੇਨ ਵਿੱਚ 5 ਕਾਰਬਨ ਹੁੰਦੇ ਹਨ ਅਤੇ ਹੈਕਸੇਨ ਦੇ ਵਿੱਚ 6 ਕਾਰਬਨ ਹੁੰਦੇ ਹਨ। ਬਿਊਟੇਨ ਉੱਪਰ ਅਸੀਂ ਦੁਬਾਰਾ ਧਿਆਨ ਦੇਈਏ ਤਾਂ ਇਸ ਵਿੱਚ 4 ਕਾਰਬਨ ਹਨ। 4 ਕਾਰਬਨ ਵੱਖ-ਵੱਖ ਤਰੀਕਿਆਂ ਨਾਲ ਜੁੜ ਸਕਦੇ ਹਨ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਇੱਕ ਤਾਂ ਸਿੱਧੀ ਲੜੀ ਬਣ ਰਹੀ ਹੈ C ਦੇ ਨਾਲ ਇੱਕੋ ਲਾਈਨ ਦੇ ਵਿੱਚ ਕਾਰਬਨ, ਅਤੇ ਦੂਸਰੇ ਪਾਸੇ ਕਾਰਬਨ ਇੱਕ ਲੜੀ ਵਿੱਚ ਨਾ ਹੁੰਦੇ ਹੋਏ ਇੱਕ ਸ਼ਾਖਾਵਾਂ ਦੇ ਰੂਪ ਵਿੱਚ ਜੁੜੇ ਹੋਏ ਹਨ। ਹੁਣ ਇਹਨਾਂ ਦੋਨਾਂ ਰਚਨਾਵਾਂ ਦਾ ਸੂਤਰ C4H10 ਹੈ। ਧਿਆਨ ਨਾਲ ਚਿੱਤਰ ਵੇਖੋ ਕਿ ਪਹਿਲੇ ਵਾਲੇ ਚਿੱਤਰ ਦੇ ਵਿੱਚ 4 ਕਾਰਬਨ ਹਨ ਅਤੇ 10 ਹਾਈਡਰੋਜਨ ਹਨ। ਹੁਣ ਅਸੀਂ ਦੂਸਰੇ ਵਾਲੇ ਚਿੱਤਰ ਵਿੱਚ ਵੇਖੀਏ ਤਾਂ ਸੇਮ 4 ਕਾਰਬਨ ਅਤੇ 10 ਹਾਈਡਰੋਜਨ ਹਨ। ਹੁਣ ਉਹ ਯੌਗਿਕ ਜਿਨ੍ਹਾਂ ਦੇ ਸਮਾਨ ਸੂਤਰ ਹੋਣ ਪਰ ਰਚਨਾਵਾਂ ਵੱਖ-ਵੱਖ ਹੋਣ, ਉਹਨਾਂ ਨੂੰ ਬਣਤਰੀ ਸਮਅੰਗੀ ਕਹਿੰਦੇ ਹਨ। ਉਹਨਾਂ ਨੂੰ ਬਣਤਰੀ ਸਮਅੰਗਕ ਕਹਿੰਦੇ ਹਨ। ਮਤਲਬ ਉਹ ਯੌਗਿਕ ਜਿਨ੍ਹਾਂ ਦਾ ਸੂਤਰ ਤਾਂ ਸੇਮ ਹੁੰਦਾ ਹੈ ਬਟ ਰਚਨਾਵਾਂ ਅਲੱਗ-ਅਲੱਗ ਹੁੰਦੀਆਂ ਹਨ, ਉਹਨਾਂ ਨੂੰ ਬਣਤਰੀ ਸਮਅੰਗਕ ਕਹਿੰਦੇ ਹਾਂ। ਸਿੱਧੀਆਂ ਅਤੇ ਸ਼ਾਖਾਵਾਂ ਵਾਲੇ ਕਾਰਬਨ ਯੌਗਿਕਾਂ ਤੋਂ ਬਿਨਾਂ ਸਾਡੇ ਕੋਲ ਤੀਜੀ ਤਰ੍ਹਾਂ ਦੇ ਕਾਰਬਨ ਯੌਗਿਕ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਸਾਈਕਲਿਕ ਕਾਰਬਨ ਯੌਗਿਕ ਕਹਿੰਦੇ ਹਾਂ। ਦਿੱਤੇ ਗਏ ਚਿੱਤਰ ਵਿੱਚ ਅਸੀਂ ਬੈਂਜ਼ੀਨ ਦੀ ਰਚਨਾ ਦੇਖ ਸਕਦੇ ਹਾਂ। ਬੈਂਜ਼ੀਨ ਦਾ ਰਸਾਇਣਿਕ ਸੂਤਰ C6H6 ਹੈ। ਇਸ ਵਿੱਚ ਕਾਰਬਨ ਇੱਕ ਛੱਲੇ ਦੇ ਰੂਪ ਵਿੱਚ ਆਪਸ ਵਿੱਚ ਜੁੜੇ ਹੋਏ ਹਨ। ਇਸ ਨੂੰ ਸਾਈਕਲਿਕ ਹੈਕਸੇਨ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ 6 ਕਾਰਬਨ ਹਨ, ਜਿਸ ਕਰਕੇ ਇਸ ਦਾ ਨਾਮ ਹੈਕਸੇਨ ਬਣ ਗਿਆ। ਇਸ ਨੂੰ ਸਾਈਕਲਿਕ ਹੈਕਸੇਨ ਕਹਿੰਦੇ ਹਨ ਅਤੇ ਇਸ ਦਾ ਨਾਮ ਬੈਂਜ਼ੀਨ ਵੀ ਹੈ। ਹੁਣ ਅਸੀਂ ਦੇਖਿਆ ਹੈ ਕਿ ਕਾਰਬਨ ਯੌਗਿਕ 3 ਤਰ੍ਹਾਂ ਨਾਲ ਜੁੜਦੇ ਹਨ। ਇੱਕ ਤੇ ਲੜੀਬੰਦ ਹੁੰਦੇ ਹਨ, ਜਿਸ ਵਿੱਚ ਇੱਕ ਸਿੱਧੀ ਲੜੀ ਬਣਦੀ ਹੈ। ਦੂਸਰੇ ਹੁੰਦੇ ਹਨ ਸ਼ਾਖਾਵਾਂ ਵਾਲੇ ਅਤੇ ਤੀਸਰੇ ਹੁੰਦੇ ਹਨ ਇੱਕ ਰਿੰਗ ਵਾਲੇ ਮੀਨਸ ਛੱਲਿਆਂ ਵਾਲੇ।
ਜਿਸ ਵਿੱਚ ਇੱਕ ਛੱਲਾ, ਇੱਕ ਬੰਦ ਛੱਲਾ ਬਣਿਆ ਹੁੰਦਾ ਹੈ, ਜਿਵੇਂ ਕਿ ਅਸੀਂ ਦੇਖਿਆ ਬੈਂਜ਼ੀਨ। ਹੁਣ ਅਸੀਂ ਉੱਪਰ ਦੇਖ ਲਿਆ ਹੈ ਕਿ ਕਾਰਬਨ ਸਿੰਗਲ ਬੌਂਡ, ਡਬਲ ਬੌਂਡ, ਟ੍ਰਿਪਲ ਬੌਂਡ ਵੀ ਬਣਾਉਂਦਾ ਹੈ। ਕਾਰਬਨ ਕਾਰਬਨ ਆਪਸ ਵਿੱਚ ਇੱਕ ਲੜੀ ਵਿੱਚ ਵੀ ਜੁੜਦੇ ਹਨ, ਉਹ ਇੱਕ ਸ਼ਾਖਾਵਾਂ ਦੇ ਤੌਰ 'ਤੇ ਵੀ ਜੁੜਦੇ ਹਨ ਅਤੇ ਪੂਰਾ ਰਿੰਗ ਵੀ ਬਣਾਉਂਦੇ ਹਨ, ਮੀਨਸ ਛੱਲੇ ਵੀ ਬਣਾਉਂਦੇ ਹਨ। ਹੁਣ ਅਸੀਂ ਪੜ੍ਹਾਂਗੇ ਐਲਕੇਨ, ਐਲਕੀਨ ਅਤੇ ਐਲਕਾਈਨਸ ਬਾਰੇ। ਸਭ ਤੋਂ ਪਹਿਲਾਂ ਅਸੀਂ ਐਲਕੇਨ ਬਾਰੇ ਦੇਖਾਂਗੇ। ਦਿੱਤੇ ਗਏ ਸੂਤਰਾਂ ਵਿੱਚ ਧਿਆਨ ਨਾਲ C2H6 ਵੱਲ ਦੇਖੋ। ਇਸ ਵਿੱਚ ਕਾਰਬਨ ਅਤੇ ਕਾਰਬਨ ਸਿੰਗਲ ਬੌਂਡ ਨਾਲ ਜੁੜਿਆ ਹੈ। ਜਿਸ ਵਿੱਚ ਕਾਰਬਨ ਅਤੇ ਕਾਰਬਨ ਵਿੱਚ ਸਿੰਗਲ ਬੌਂਡ ਹੁੰਦਾ ਹੈ, ਉਸ ਨੂੰ ਅਸੀਂ ਐਲਕੇਨ ਕਹਿੰਦੇ ਹਾਂ। ਮੀਨਸ ਇਸ ਵਿੱਚ ਕਾਰਬਨ ਦੇ 2 ਪਰਮਾਣੂ ਹਨ, ਇਸ ਲਈ ਇਸ ਨੂੰ ਅਸੀਂ ਇਥੇਨ ਕਵਾਂਗੇ। ਐਲਕੇਨ ਤੋਂ ਬਣਿਆ ਇਥੇਨ। ਇਥੇਨ ਈ ਵਰਡ ਕਿਉਂ ਆਇਆ? ਕਿਉਂਕਿ ਇਸ ਵਿੱਚ ਕਾਰਬਨ ਦੇ 2 ਪਰਮਾਣੂ ਹਨ। ਉਸ ਤੋਂ ਬਾਅਦ ਐਲਕੀਨਸ ਹਨ। ਐਲਕੀਨ ਜਿਹੜੇ ਹੁੰਦੇ ਹਨ ਉਹ ਯੌਗਿਕ ਹਨ ਜਿਸ ਵਿੱਚ ਕਾਰਬਨ ਅਤੇ ਕਾਰਬਨ ਦੇ ਡਬਲ ਬੌਂਡ ਹੁੰਦੇ ਹਨ, ਜਿਵੇਂ ਕਿ ਤੁਸੀਂ ਵਿਚਕਾਰ ਦੇਖ ਸਕਦੇ ਹੋ C2H4 ਵਿੱਚ। ਇਸ ਵਿੱਚ ਕਾਰਬਨ ਅਤੇ ਕਾਰਬਨ ਦੇ ਵਿੱਚ ਡਬਲ ਬੌਂਡ ਹੈ, ਇਸ ਨੂੰ ਅਸੀਂ ਇਥੀਨ ਕਵਾਂਗੇ। ਉਸ ਤੋਂ ਬਾਅਦ ਤੀਜੇ ਨੰਬਰ 'ਤੇ ਸਾਡੇ ਕੋਲ ਆਉਂਦਾ ਹੈ ਐਲਕਾਈਨ। ਐਲਕਾਈਨ ਵਿੱਚ ਉਹ ਕਾਰਬਨ ਯੌਗਿਕ ਆਉਂਦੇ ਹਨ ਜਿਨ੍ਹਾਂ ਵਿੱਚ ਕਾਰਬਨ ਅਤੇ ਕਾਰਬਨ ਵਿੱਚ 3 ਬੌਂਡ ਹੁੰਦੇ ਹਨ, ਮੀਨਸ ਟ੍ਰਿਪਲ ਬੌਂਡ ਹੁੰਦਾ ਹੈ, ਤੀਹਰਾ ਬੰਧਨ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ C2H2 ਦੇ ਵਿੱਚ, ਇਸ ਨੂੰ ਅਸੀਂ ਇਥਾਈਨ ਕਵਾਂਗੇ। ਹੁਣ ਤੱਕ ਅਸੀਂ ਕਾਰਬਨ ਅਤੇ ਹਾਈਡਰੋਜਨ ਦੇ ਯੌਗਿਕਾਂ ਬਾਰੇ ਪੜ੍ਹਿਆ ਹੈ। ਕਾਰਬਨ ਦੂਜੇ ਹੋਰ ਤੱਤ ਜਿਵੇਂ ਹੈਲੋਜਨ, ਆਕਸੀਜਨ, ਨਾਈਟ੍ਰੋਜਨ, ਸਲਫਰ ਨਾਲ ਵੀ ਬੰਧਨ ਬਣਾਉਂਦਾ ਹੈ। ਅਜਿਹੇ ਯੌਗਿਕਾਂ ਵਿੱਚ ਹਾਈਡਰੋਜਨ ਨੂੰ ਵਿਸਥਾਪਿਤ ਕਰਨ ਵਾਲੇ ਤੱਤਾਂ ਨੂੰ ਬਿਖਮ ਪਰਮਾਣੂ ਕਿਹਾ ਜਾਂਦਾ ਹੈ। ਮੀਨਸ ਹੁਣ ਤੱਕ ਅਸੀਂ ਪੜ੍ਹਿਆ ਹੈ ਕਿ ਕਾਰਬਨ ਹਾਈਡਰੋਜਨ ਨਾਲ ਹੀ ਜੁੜਦਾ ਹੈ, ਬਟ ਕਾਰਬਨ ਹਾਈਡਰੋਜਨ ਨੂੰ ਛੱਡ ਕੇ ਹੋਰ ਵੀ ਤੱਤ ਜਿਵੇਂ ਕਿ ਹੈਲੋਜਨ, ਜਿਨ੍ਹਾਂ ਵਿੱਚ ਕਲੋਰੀਨ ਅਤੇ ਬ੍ਰੋਮੀਨ ਆਉਂਦਾ ਹੈ, ਜਾਂ ਆਕਸੀਜਨ, ਨਾਈਟ੍ਰੋਜਨ, ਸਲਫਰ ਨਾਲ ਵੀ ਜੁੜਦਾ ਹੈ। ਇਹ ਤੱਤ ਜੋ ਕਿ ਹਾਈਡਰੋਜਨ ਦੀ ਜਗ੍ਹਾ ਲੈਂਦੇ ਹਨ, ਮੀਨਸ ਉਹਨਾਂ ਨੂੰ ਵਿਸਥਾਪਿਤ ਕਰਦੇ ਹਨ, ਇਹਨਾਂ ਨੂੰ ਬਿਖਮ ਪਰਮਾਣੂ ਕਿਹਾ ਜਾਂਦਾ ਹੈ। ਜਦੋਂ ਇਹ ਬਿਖਮ ਪਰਮਾਣੂ ਕਾਰਬਨ ਨਾਲ ਜੁੜਦੇ ਹਨ ਤਾਂ ਕਾਰਬਨ ਦੇ ਯੌਗਿਕ ਦੇ ਗੁਣ ਕਾਰਬਨ ਲੜੀ ਦੀ ਲੰਬਾਈ ਅਤੇ ਪ੍ਰਕਿਰਤੀ 'ਤੇ ਨਿਰਭਰ ਨਹੀਂ ਹੁੰਦਾ, ਬਲਕਿ ਇਹਨਾਂ ਤੱਤਾਂ ਉੱਤੇ ਨਿਰਭਰ ਕਰਦੀ ਹੈ। ਇਸ ਲਈ ਇਹਨਾਂ ਤੱਤਾਂ ਨੂੰ ਕਿਰਿਆਤਮਕ ਸਮੂਹ ਜਾਂ ਫੰਕਸ਼ਨਲ ਗਰੁੱਪ ਵੀ ਕਿਹਾ ਜਾਂਦਾ ਹੈ। ਸਾਰੇ ਬੱਚੇ ਦਿੱਤੀ ਗਈ ਸਾਰਣੀ ਵੱਲ ਦੇਖੋ। ਇਸ ਸਾਰਣੀ ਵਿੱਚ ਸਾਨੂੰ ਦਿਖ ਰਿਹਾ ਹੈ ਕਿ ਬਿਖਮ ਪਰਮਾਣੂ ਬਾਰੇ ਦੱਸਿਆ ਹੈ, ਕਿਰਿਆਤਮਕ ਸਮੂਹ ਅਤੇ ਕਿਰਿਆਤਮਕ ਸਮੂਹ ਦੇ ਫਾਰਮੂਲੇ ਬਾਰੇ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਬਿਖਮ ਪਰਮਾਣੂ ਹੈ ਕਲੋਰੀਨ ਅਤੇ ਬ੍ਰੋਮੀਨ, ਜਿਸ ਦਾ ਫੰਕਸ਼ਨਲ ਗਰੁੱਪ ਭਾਵ ਕਿਰਿਆਤਮਕ ਸਮੂਹ ਹੈ ਹੈਲੋ, ਮੀਨਸ ਕਲੋਰੋ ਅਤੇ ਬ੍ਰੋਮੋ। ਕਲੋਰੀਨ ਤੋਂ ਬਣਿਆ ਕਲੋਰੋ ਅਤੇ ਬ੍ਰੋਮੀਨ ਤੋਂ ਬਣਿਆ ਬ੍ਰੋਮੋ। ਕਿਰਿਆਤਮਕ ਸਮੂਹ ਦਾ ਫਾਰਮੂਲਾ ਹੈ Cl ਅਤੇ Br। ਅਗਲਾ ਬਿਖਮ ਪਰਮਾਣੂ ਹੈ ਆਕਸੀਜਨ। ਇਸ ਦੇ 4 ਕਿਰਿਆਤਮਕ ਸਮੂਹ ਹਨ। ਸਭ ਤੋਂ ਪਹਿਲਾਂ ਹੈ ਅਲਕੋਹਲ। ਅਲਕੋਹਲ ਦਾ ਕਿਰਿਆਤਮਕ ਸਮੂਹ ਦਾ ਫਾਰਮੂਲਾ ਹੈ OH। ਅਗਲਾ ਹੈ ਐਲਡੀਹਾਈਡ। ਐਲਡੀਹਾਈਡ ਦਾ ਕਿਰਿਆਤਮਕ ਸਮੂਹ ਦਾ ਫਾਰਮੂਲਾ ਹੈ COH। ਅਗਲਾ ਹੈਗਾ ਆ ਕੀਟੋਨ। ਕੀਟੋਨ ਦਾ ਕਿਰਿਆਤਮਕ ਸਮੂਹ ਦਾ ਫਾਰਮੂਲਾ ਤੁਸੀਂ ਦੇਖ ਸਕਦੇ ਹੋ, ਕਾਰਬਨ ਆਕਸੀਜਨ ਨਾਲ ਦੋਹਰਾ ਬੰਧਨ ਬਣਾਉਂਦਾ ਹੈ। ਚੌਥੇ ਨੰਬਰ 'ਤੇ ਹੈ ਕਾਰਬੋਕਸਿਲਿਕ ਐਸਿਡ, ਤੇਜ਼ਾਬ। ਇਸ ਦਾ
ਕਿਰਿਆਤਮਕ ਫਾਰਮੂਲਾ ਹੈ। ਸੀ ਜਿਹੜਾ ਹੈ ਦੋਹਰਾ ਬੰਧਨ ਇੱਕ ਆਕਸੀਜਨ ਨਾਲ ਬਣਾਉਂਦਾ ਹੈ ਅਤੇ ਇਕਹਿਰਾ ਬੰਧਨ OH ਨਾਲ ਬਣਾਉਂਦਾ ਹੈ। ਯੌਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ, ਉਸ ਨੂੰ ਸਮਜਾਤੀ ਲੜੀ ਕਿਹਾ ਜਾਂਦਾ ਹੈ। ਜਿਵੇਂ ਅਸੀਂ ਦੇਖ ਸਕਦੇ ਹਾਂ, ਮਿਥੇਨ ਦਾ ਫਾਰਮੂਲਾ ਹੁੰਦਾ ਹੈ CH4। ਇਸ ਵਿੱਚ 4 ਹਾਈਡਰੋਜਨ ਹੁੰਦੀਆਂ ਹਨ। ਹੁਣ ਅਸੀਂ ਧਿਆਨ ਨਾਲ ਦੇਖੀਏ ਪਹਿਲੇ ਯੌਗਿਕ ਵੱਲ, ਉੱਥੇ ਹੈ CH3OH। ਇਸ ਦਾ ਮਤਲਬ ਹੈ ਕਿ ਇਸ ਦਾ ਇੱਕ ਹਾਈਡਰੋਜਨ ਨੂੰ OH ਨੇ ਵਿਸਥਾਪਿਤ ਕੀਤਾ ਹੈ। ਹੁਣ ਅਸੀਂ ਸਮਜਾਤੀ ਲੜੀ ਬਾਰੇ ਪੜ੍ਹਾਂਗੇ। ਕਾਰਬਨ ਅਤੇ ਹਾਈਡਰੋਜਨ ਦੇ ਯੌਗਿਕਾਂ ਵਿੱਚ ਹਾਈਡਰੋਜਨ ਨੂੰ ਅਸੀਂ ਕਿਸੇ ਵੀ ਕਿਰਿਆਤਮਕ ਸਮੂਹ ਨਾਲ ਵਿਸਥਾਪਿਤ ਕਰ ਸਕਦੇ ਹਾਂ। ਧਿਆਨ ਨਾਲ ਦੇਖੋ, ਯੌਗਿਕਾਂ ਨੂੰ ਕ੍ਰਮਵਾਰ ਵੇਖੀਏ ਤਾਂ ਲਿਖਿਆ ਹੈ CH3OH, C2H5OH, C3H7OH, C4H9OH। ਹੁਣ ਇਹਨਾਂ ਸਾਰਿਆਂ ਦੇ ਵਿੱਚ ਸਾਡੇ ਕੋਲ ਕਿਰਿਆਤਮਕ ਸਮੂਹ ਹੈ OH ਮੀਨਸ ਅਲਕੋਹਲ। ਧਿਆਨ ਨਾਲ ਪਹਿਲੇ ਦੋਵਾਂ ਨੂੰ ਦੇਖੋ, ਪਹਿਲੇ ਵਿੱਚ ਇੱਕ C ਹੈ ਅਤੇ ਦੂਸਰੇ ਵਿੱਚ 2 C ਹਨ, ਭਾਵ ਇਹਨਾਂ ਵਿੱਚ ਇੱਕ C ਦਾ ਡਿਫਰੈਂਸ ਹੈ। ਫਿਰ H3 ਹੈ ਅਤੇ ਦੂਸਰੇ ਵਿੱਚ H5 ਹੈ, ਇਹਦੇ ਵਿੱਚ H2 ਦਾ ਡਿਫਰੈਂਸ ਹੈ। ਇਸੇ ਤਰ੍ਹਾਂ ਅਸੀਂ ਦੂਜੇ ਅਤੇ ਤੀਜੇ ਨੂੰ ਕੰਪੇਅਰ ਕਰੀਏ ਤਾਂ CH2 ਦਾ ਫਰਕ ਹੈ। ਫਿਰ ਅਸੀਂ ਤੀਜੇ ਅਤੇ ਚੌਥੇ ਨੂੰ ਕੰਪੇਅਰ ਕਰੀਏ ਤਾਂ CH2 ਦਾ ਫਰਕ ਹੈ। ਹੁਣ ਅਸੀਂ ਕਾਰਬਨ ਯੌਗਿਕਾਂ ਦੇ ਨਾਮਕਰਨ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਯੌਗਿਕਾਂ ਦੇ ਨਾਮਾਂ ਬਾਰੇ ਪੜ੍ਹਾਂਗੇ ਜਿਨ੍ਹਾਂ ਵਿੱਚ ਕਾਰਬਨ ਅਤੇ ਹਾਈਡਰੋਜਨ ਹੈ। ਹੁਣ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਕਾਰਬਨ ਸਿੰਗਲ ਬੌਂਡ, ਡਬਲ ਬੌਂਡ ਅਤੇ ਟ੍ਰਿਪਲ ਬੌਂਡ ਬਣਾਉਂਦਾ ਹੈ। ਜਿਨ੍ਹਾਂ ਯੌਗਿਕਾਂ ਵਿੱਚ ਕੇਵਲ ਕਾਰਬਨ ਅਤੇ ਹਾਈਡਰੋਜਨ ਹੁੰਦਾ ਹੈ, ਉਹਨਾਂ ਵਿੱਚ ਅਸੀਂ ਨਾਮਕਰਨ ਦੇ ਸਮੇਂ ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਅਤੇ ਉਹਨਾਂ ਵਿੱਚ ਬਣ ਰਹੇ ਡਬਲ ਬੌਂਡ ਅਤੇ ਟ੍ਰਿਪਲ ਬੌਂਡ ਵੱਲ ਧਿਆਨ ਦੇਵਾਂਗੇ। ਜੇਕਰ ਕਾਰਬਨ ਦੇ ਵਿੱਚ ਸਿੰਗਲ ਬੌਂਡ ਹੈ ਤਾਂ ਉਸ ਨੂੰ ਅਸੀਂ ਏਨ ਕਹਾਂਗੇ, ਭਾਵ ਜਿਵੇਂ ਅਸੀਂ ਪਿੱਛੇ ਮਿਥੇਨ ਬਾਰੇ ਪੜ੍ਹਿਆ ਹੈ, ਉਸ ਵਿੱਚ ਕੇਵਲ ਇੱਕ ਹੀ C ਹੁੰਦਾ ਹੈ ਅਤੇ ਸਿੰਗਲ ਬੌਂਡ ਬਣਾਉਂਦਾ ਹੈ ਹਾਈਡਰੋਜਨ ਨਾਲ, ਇਸ ਲਈ ਉਸ ਨੂੰ ਮਿਥੇਨ ਕਹਾਂਗੇ। ਦੂਸਰੇ ਨੰਬਰ 'ਤੇ ਹੈ ਈਥੇਨ। ਜੇਕਰ ਕਾਰਬਨ ਅਤੇ ਕਾਰਬਨ ਉਸ ਦੇ 2 ਪਰਮਾਣੂ ਹਨ ਅਤੇ ਦੋਨਾਂ ਕਾਰਬਨ ਦੇ ਪਰਮਾਣੂਆਂ ਵਿੱਚ ਸਿੰਗਲ ਬੌਂਡ ਹੈ ਤਾਂ ਉਸ ਨੂੰ ਅਸੀਂ ਈਥੇਨ ਕਹਾਂਗੇ। ਜੇਕਰ ਕਾਰਬਨ ਦੇ ਪਰਮਾਣੂਆਂ ਦੀ ਗਿਣਤੀ 3 ਹੈ ਤਾਂ ਉਸ ਨੂੰ ਅਸੀਂ ਪ੍ਰੋਪੇਨ ਕਹਾਂਗੇ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਦੋਹਰੇ ਬੰਧਨ ਬਾਰੇ। ਜੇਕਰ ਕਾਰਬਨ ਵਿੱਚ ਦੋਹਰਾ ਬੰਧਨ ਹੈ ਤਾਂ ਅਸੀਂ ਉਸ ਦੇ ਪਿਛੇਤਰ ਵਿੱਚ ਈਨ ਲਾਵਾਂਗੇ, ਜਿਵੇਂ ਕਿ ਈਥੀਨ। ਹੁਣੇ ਅਸੀਂ ਈਥੇਨ ਬਾਰੇ ਪੜ੍ਹਿਆ ਹੈ, ਜਿਸ ਵਿੱਚ ਕਾਰਬਨ ਵਿੱਚ ਸਿੰਗਲ ਬੌਂਡ ਹੈ। ਜੇਕਰ ਕਾਰਬਨ ਵਿੱਚ ਡਬਲ ਬੌਂਡ ਹੋ ਜਾਵੇ ਤਾਂ ਈਥੇਨ ਦੀ ਜਗ੍ਹਾ ਈਥੀਨ ਲਿਖਾਂਗੇ। ਇਸੇ ਤਰ੍ਹਾਂ ਜੇ ਕਾਰਬਨ ਦੇ ਵਿੱਚ ਟ੍ਰਿਪਲ ਬੌਂਡ ਹੋ ਜਾਵੇ ਤਾਂ ਈਥਾਈਨ ਲਿਖਾਂਗੇ। ਇਸ ਤੋਂ ਬਾਅਦ ਅਸੀਂ ਉਹਨਾਂ ਕਾਰਬਨ ਯੌਗਿਕਾਂ ਦੇ ਨਾਮਕਰਨ ਬਾਰੇ ਪੜ੍ਹਾਂਗੇ ਜਿਨ੍ਹਾਂ ਵਿੱਚ ਕਿਰਿਆਤਮਕ ਸਮੂਹ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਹੈਲੋਜਨਸ ਕਿਰਿਆਤਮਕ ਸਮੂਹ ਬਾਰੇ ਪੜ੍ਹਾਂਗੇ। ਜੇਕਰ ਕਾਰਬਨ ਯੌਗਿਕ ਵਿੱਚ ਹੈਲੋਜਨ ਕਿਰਿਆਤਮਕ ਸਮੂਹ ਲੱਗਾ ਹੈ, ਭਾਵ Cl ਜਾਂ Br ਲੱਗਾ ਹੈ, ਤਾਂ ਉਸ ਯੌਗਿਕ ਦੇ ਨਾਮ ਦੇ ਅਗੇਤਰ ਵਿੱਚ ਕਲੋਰੋ ਜਾਂ ਬ੍ਰੋਮੋ ਲਗਾ ਦਿੱਤਾ ਜਾਵੇਗਾ। ਜਿਵੇਂ ਕਿ ਤੁਸੀਂ ਉਦਾਹਰਨ ਦੇਖ ਸਕਦੇ ਹੋ ਕਿ 3 ਕਾਰਬਨ ਦਿੱਤੇ ਹਨ, ਜਿਸ ਕਰਕੇ ਅਸੀਂ ਇਸ ਨੂੰ ਪ੍ਰੋਪੇਨ ਕਹਾਂਗੇ। ਨਾਲ ਦੇ ਨਾਲ ਕਾਰਬਨ ਵਿੱਚ ਸਿੰਗਲ ਬੌਂਡ ਹੈ।
ਹੁਣ ਦੇਖੋ ਇਸ ਨਾਲ Cl ਭਾਵ ਕਲੋਰੀਨ ਕਿਰਿਆਤਮਕ ਸਮੂਹ ਲੱਗਿਆ ਹੈ, ਇਸ ਲਈ ਇਸ ਨੂੰ ਅਸੀਂ ਕਲੋਰੋਪ੍ਰੋਪੇਨ ਕਹਾਂਗੇ। ਫਿਰ ਅਸੀਂ ਅਲਕੋਹਲ ਕਿਰਿਆਤਮਕ ਸਮੂਹ ਬਾਰੇ ਪੜ੍ਹਾਂਗੇ। ਅਲਕੋਹਲ ਵਿੱਚ ਜੇਕਰ ਕਿਸੇ ਕਾਰਬਨ ਯੌਗਿਕ ਵਿੱਚ OH ਇਕੱਠਾ ਲੱਗਿਆ ਹੈ ਤਾਂ ਉਹ ਅਲਕੋਹਲ ਕਿਰਿਆਤਮਕ ਸਮੂਹ ਹੈ। ਹੁਣ ਇਸ ਵਿੱਚ ਦੇਖੋ, ਸਭ ਤੋਂ ਪਹਿਲਾਂ ਅਸੀਂ ਕਾਰਬਨ ਦੇ ਪਰਮਾਣੂਆਂ ਦੀ ਗਿਣਤੀ ਕਰਾਂਗੇ ਜੋ ਕਿ 3 ਹੈ। ਇਸ ਲਈ ਇਸ ਨੂੰ ਪ੍ਰੋਪੇਨ ਕਹਾਂਗੇ ਕਿਉਂਕਿ ਇਸ ਵਿੱਚ ਸਿੰਗਲ ਬੌਂਡ ਬਣ ਰਿਹਾ ਹੈ, ਪਰ ਨਾਲ ਦੇ ਨਾਲ ਇਸ ਦੇ ਇੱਕ ਸਿਰੇ ਤੇ OH ਭਾਵ ਅਲਕੋਹਲ ਲੱਗਾ ਹੈ। ਇਸ ਲਈ ਇਸ ਦੇ ਪਿਛੇਤਰ ਵਿੱਚੋਂ ਪ੍ਰੋਪੇਨ ਵਿੱਚੋਂ E ਕੱਟ ਕੇ OL ਲਗਾ ਦੇਵਾਂਗੇ, ਭਾਵ ਇਸ ਦਾ ਨਾਮ ਹੋ ਜਾਵੇਗਾ ਪ੍ਰੋਪੇਨੋਲ। ਹੁਣ ਅਸੀਂ ਐਲਡੀਹਾਈਡ ਕਿਰਿਆਤਮਕ ਸਮੂਹ ਬਾਰੇ ਦੇਖਾਂਗੇ। ਐਲਡੀਹਾਈਡ ਕਿਰਿਆਤਮਕ ਸਮੂਹ ਦੇ ਵਿੱਚ ਡਬਲ ਬੌਂਡ ਆਕਸੀਜਨ ਹੁੰਦੀ ਹੈ। ਹੁਣ ਇਸ ਨੂੰ ਧਿਆਨ ਨਾਲ ਦੇਖੋ, ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ ਅਤੇ ਸਿੰਗਲ ਬੌਂਡ ਹਾਈਡਰੋਜਨ ਹੈ, ਭਾਵ ਇਸ ਦੇ ਨਾਲ ਐਲਡੀਹਾਈਡ ਕਿਰਿਆਤਮਕ ਸਮੂਹ ਲੱਗਿਆ ਹੈ। ਜਿਸ ਤਰ੍ਹਾਂ ਅਸੀਂ ਬਾਕੀ 3 ਦੇਖੇ ਹਨ, ਸਭ ਤੋਂ ਪਹਿਲਾਂ ਕਾਰਬਨ ਦੇ ਪਰਮਾਣੂਆਂ ਦੀ ਗਿਣਤੀ ਕਰੋ। ਇਸ ਵਿੱਚ ਵੀ 3 ਕਾਰਬਨ ਦੇ ਪਰਮਾਣੂ ਹਨ, ਭਾਵ ਪ੍ਰੋਪੇਨ ਦੀ ਕੈਟਾਗਰੀ ਵਿੱਚ ਹੈ, ਬਟ ਇਸ ਦੇ ਨਾਲ ਐਲਡੀਹਾਈਡ ਲੱਗਾ ਹੈ। ਇਸ ਲਈ ਪ੍ਰੋਪੇਨ ਵਿੱਚ ਅਖੀਰਲੀ E ਨੂੰ ਹਟਾ ਕੇ Al ਲੱਗ ਜਾਵੇਗਾ, ਭਾਵ ਪ੍ਰੋਪੇਨਲ ਹੋ ਜਾਵੇਗਾ। ਇਸ ਲਈ ਐਲਡੀਹਾਈਡ ਵਿੱਚ Al ਲੱਗਦਾ ਹੈ ਅਤੇ ਅਲਕੋਹਲ ਵਿੱਚ OL ਲੱਗਦਾ ਹੈ। ਇਸ ਤੋਂ ਅਗਲਾ ਕਿਰਿਆਤਮਕ ਸਮੂਹ ਹੈ ਕੀਟੋਨ। ਕੀਟੋਨ ਦੇ ਵਿੱਚ ਸਾਡੇ ਕੋਲ ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ ਲੱਗਦੀ ਹੈ। ਹੁਣ ਅਸੀਂ ਧਿਆਨ ਨਾਲ ਦੇਖੀਏ ਉਦਾਹਰਨ ਵਿੱਚ ਤਾਂ ਵਿਚਕਾਰ ਵਾਲੇ ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ ਲੱਗੀ ਹੈ ਅਤੇ ਬਾਕੀ ਦੋਵੇਂ ਕਾਰਬਨ ਦੇ ਨਾਲ ਹਾਈਡਰੋਜਨ ਲੱਗੇ ਹਨ। ਸਭ ਤੋਂ ਪਹਿਲਾਂ ਅਸੀਂ ਕਾਰਬਨ ਦੇ ਪਰਮਾਣੂਆਂ ਦੀ ਗਿਣਤੀ ਕਰਾਂਗੇ, ਜਿਸ ਵਿੱਚ 3 ਪਰਮਾਣੂ ਹਨ, ਭਾਵ ਪ੍ਰੋਪੇਨ ਦੀ ਕੈਟਾਗਰੀ ਵਿੱਚ ਹੈ ਕਿਉਂਕਿ ਇਹਨਾਂ ਵਿੱਚ ਨਾਲ ਦੇ ਨਾਲ ਸਿੰਗਲ ਬੌਂਡ ਬਣ ਰਿਹਾ ਹੈ। ਹੁਣ ਸਾਡੇ ਕੋਲ ਕਿਰਿਆਤਮਕ ਸਮੂਹ ਕੀਟੋਨ ਹੈ। ਇਸ ਵਿੱਚ ਅਸੀਂ ਪ੍ਰੋਪੇਨ ਦੀ ਅਖੀਰਲੀ E ਨੂੰ ਹਟਾ ਕੇ ON ਲਗਾ ਦੇਵਾਂਗੇ, ONE, ਤੇ ਸਾਡੇ ਕੋਲ ਇਸ ਦਾ ਨਾਮ ਬਣ ਜਾਏਗਾ ਪ੍ਰੋਪੇਨੋਨ। ਅਗਲਾ ਕਿਰਿਆਤਮਕ ਸਮੂਹ ਹੈ ਕਾਰਬੋਕਸਿਲਿਕ ਐਸਿਡ। ਇਸ ਦਾ ਸੂਤਰ C ਦੇ ਨਾਲ ਇੱਕ ਪਾਸੇ OH ਲੱਗਦਾ ਹੈ ਅਤੇ ਦੂਜੇ ਪਾਸੇ ਡਬਲ ਬੌਂਡ ਆਕਸੀਜਨ ਲੱਗਦੀ ਹੈ। ਉਦਾਹਰਨ ਵਿੱਚ ਧਿਆਨ ਨਾਲ ਦੇਖੋ, ਇਸ ਵਿੱਚ ਵੀ ਸਾਡੇ ਕੋਲ 3 ਕਾਰਬਨ ਹਨ, ਭਾਵ ਪ੍ਰੋਪੇਨ ਦੀ ਕੈਟਾਗਰੀ ਵਾਲੇ ਹਨ। ਹੁਣ ਕਾਰਬਨ ਵਿੱਚ ਸਿੰਗਲ ਬੌਂਡ ਹੈ ਅਤੇ ਤੀਸਰੇ ਵਾਲੇ ਕਾਰਬਨ ਦੇ ਨਾਲ ਇੱਕ ਡਬਲ ਬੌਂਡ O ਲੱਗਾ ਹੈ ਅਤੇ ਸਿੰਗਲ ਬੌਂਡ OH ਲੱਗਾ ਹੈ। ਇਸ ਲਈ ਇਸ ਦੇ ਨਾਮ ਵਿੱਚ ਪ੍ਰੋਪੇਨ ਤੋਂ E ਹਟਾ ਕੇ ਓਇਕ ਐਸਿਡ ਲਾਵਾਂਗੇ, ਪ੍ਰੋਪੇਨੋਇਕ ਐਸਿਡ ਆ ਜਾਵੇਗਾ। ਸੋ ਇਸ ਤਰ੍ਹਾਂ ਅਸੀਂ ਕਾਰਬਨ ਯੌਗਿਕਾਂ ਦੇ ਨਾਮਕਰਨ ਬਾਰੇ ਪੜ੍ਹਿਆ ਹੈ। ਸਭ ਤੋਂ ਪਹਿਲਾਂ ਅਸੀਂ ਕਾਰਬਨ ਦੇ ਪਰਮਾਣੂਆਂ ਦੀ ਗਿਣਤੀ ਕਰਾਂਗੇ, ਫਿਰ ਉਸ ਦੇ ਵਿੱਚ ਸਿੰਗਲ ਬੌਂਡ, ਡਬਲ ਬੌਂਡ ਅਤੇ ਟ੍ਰਿਪਲ ਬੌਂਡ ਬਾਰੇ ਦੇਖਾਂਗੇ। ਜੇ ਡਬਲ ਬੌਂਡ ਹੈ, ਫੋਰ ਐਗਜ਼ਾਮਪਲ ਇਥੇਨ ਆਏਗਾ, ਜੇਕਰ ਇਥੀਨ ਆਏਗਾ। ਜੇ ਡਬਲ ਬੌਂਡ ਇਥੀਨ, ਜੇ ਟ੍ਰਿਪਲ ਬੌਂਡ ਹੈ ਫਿਰ ਇਥਾਈਨ ਆਏਗਾ। ਉਸ ਤੋਂ ਬਾਅਦ ਅਸੀਂ ਹੈਲੋਜਨਸ, ਅਲਕੋਹਲ, ਐਲਡੀਹਾਈਡ, ਕੀਟੋਨ, ਕਾਰਬੋਕਸਿਲਿਕ ਐਸਿਡ ਬਾਰੇ